ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਹੋਰ ਜੀਵਨ ਝਲਕ। ਸਿਰਲੇਖ ਹੈ ਬਾਬਾ ਸੁਮੇਰ ਸਿੰਘ ਜੀ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਸ੍ਰੀ ਮਹੰਤ ਬਾਬਾ ਸੁਮੇਰ ਸਿੰਘ ਜੀ ਇੱਕ ਪ੍ਰਸਿੱਧ ਵਿਦਵਾਨ, ਰਸਿਕ ਕਵੀ, ਰਹਿਤ ਵਿਵੇਕ ਦੇ ਪੱਕੇ ਧਾਰਨੀ, ਭਲੇ ਸਾਹਿਬਜ਼ਾਦੇ ਸਿੱਦਕੀ ਸਿੰਘ ਹੋ ਗੁਜ਼ਰੇ ਹਨ। ਆਪ ਦਾ ਜਨਮ ਸਿੰਘਪੁਰਾ ਨਿਜ਼ਾਮਾਬਾਦ ਜ਼ਿਲ੍ਹਾ ਆਜ਼ਮਗੜ੍ਹ ਯੂਪੀ ਵਿੱਚ ਬਾਬਾ ਸਾਧੂ ਸਿੰਘ ਜੀ ਦੇ ਗ੍ਰਹਿ ਹੋਇਆ ਸੀ, ਜਿੱਥੇ ਕਿ ਆਪ ਦੇ ਬਾਬਾ ਜੀ ਪੰਜਾਬ ਤੋਂ ਜਾ ਕੇ ਵਸੇ ਸਨ। ਬਾਬਾ ਸੁਮੇਰ ਸਿੰਘ ਜੀ ਦੇ ਬਜ਼ੁਰਗ ਦਾਦਾ ਬਾਬਾ ਕਿਰਪਾ ਦਿਆਲ ਸਿੰਘ ਜੀ ਵਹੀਰ ਬਣਾ ਕੇ ਪ੍ਰਚਾਰ ਦੀ ਸੇਵਾ ਕੀਤਾ ਕਰਦੇ ਸਨ। ਇਹਨਾਂ ਬਜ਼ੁਰਗਾਂ ਦੀ ਗੋਦ ਵਿੱਚੋਂ ਪ੍ਰਾਪਤ ਕੀਤੀ ਸੋਹਣੀ ਗੁਰਮਤ ਵਿਦਿਆ ਨਾਲ ਬਾਬਾ ਸੁਮੇਰ ਸਿੰਘ ਜੀ ਭੂਸ਼ਿਤ ਸਨ। ਬ੍ਰਿਜ ਭਾਸ਼ਾ ਦੇ ਪ੍ਰਬੀਨ ਕਵੀ ਹੋਣ ਦੇ ਨਾਤੇ ਯੂਪੀ ਦੇ ਮੰਨੇ ਪਰਮੰਨੇ ਕਵੀਆਂ ਵਿੱਚ ਗਿਣੇ ਜਾਂਦੇ ਤੇ ਉਹਨਾਂ ਵਿੱਚ ਸਤਿਕਾਰ ਪ੍ਰਾਪਤ ਸਨ। ਆਪ ਨੇ ਲਗਭਗ 2 ਦਰਜਨ ਦੇ ਅਨੁਮਾਨ ਬ੍ਰਿਜ ਭਾਸ਼ਾ ਵਿੱਚ ਛੋਟੇ ਵੱਡੇ ਗ੍ਰੰਥ ਲਿਖੇ। ਆਪ ਦਾ ਕਵਿਤਾ ਕਾਲ 1923 ਬਿਕਰਮੀ ਤੋਂ ਸ਼ੁਰੂ ਹੁੰਦਾ ਹੈ। ਗੁਰੂ ਪਦ ਪ੍ਰੇਮ ਪ੍ਰਕਾਸ਼ ਗ੍ਰੰਥ, ਜੋ ਆਪ ਦੀ ਇੱਕ ਵਡੇਰੀ ਰਚਨਾ ਹੈ ਤੇ ਜਿਸ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਛੰਦਬੰਦ ਜੀਵਨ ਹੈ, ਵਿੱਚ ਆਪ ਨੇ ਦੱਸਿਆ ਹੈ ਕਿ ਮੇਰੇ ਪਿਤਾ ਤੇ ਵਿਦਿਆ ਦਾਤੇ ਬਾਬਾ ਸਾਧੂ ਸਿੰਘ ਜੀ ਨੇ ਮੈਨੂੰ ਪ੍ਰੇਰਨਾ ਕੀਤੀ ਕਿ ਤੈਨੂੰ ਭਾਸ਼ਾ ਦੀ ਕਵਿਤਾ ਦਾ ਸ਼ੌਕ ਹੈ ਤਾਂ ਗੁਰੂ ਮਹਿਮਾ ਤੇ ਗੁਰੂ ਜਸ ਲਿਖਣ ਵਿੱਚ ਸਫਲ ਕਰ। ਆਪ ਦਾ ਦੋਹਾ ਹੈ, ਸੰਮਤ 1923 ਸਾਲ ਰਸਾਲ, ਨਗਰ ਨਜੀਬਾਬਾਦ ਮੈਂ ਭਇਓ ਸੁਵਚਨ ਨਿਹਾਲ। ਪਿਤਾ ਦੀ ਪ੍ਰੇਰਨਾ ਪ੍ਰਾਪਤ ਕਰਕੇ ਆਪ ਨੇ ਲਿਖਣਾ ਸ਼ੁਰੂ ਕੀਤਾ ਤੇ ਕਈ ਪੁਸਤਕਾਂ ਲਿਖੀਆਂ, ਜਿਨ੍ਹਾਂ ਦਾ ਵੇਰਵਾ ਆਪ ਨੇ ਇਸੇ ਭੂਮਿਕਾ ਵਿੱਚ ਕੁਝ ਦਿੱਤਾ ਹੈ, ਜਿਸ ਤੋਂ ਨਾਮ ਰਚਨਾਵਾਂ ਦੇ ਮਿਲਦੇ ਹਨ। ਗੁਰਚਰਿਤਰ ਦਰਪਣ, ਬੇਦੀ ਬਰ ਦੁਹਾਵਲੀ, ਗੁਰੂ ਅੰਗਦ ਕਥਾ, ਸੁਮੇਰ ਭੂਸ਼ਣ, ਬਿਹਾਰੀ ਸੁਮੇਰ ਕੁੰਡਲੀਏ, ਜਾਪ ਤਿਲਕ, ਖਾਲਸਾ ਸ਼ਤਕ, ਸਰਵਣਾ ਭਰਨ, ਸਹੰਸ ਸੁਕਰਮਕ ਆਦਿ। ਇਨ੍ਹਾਂ ਪਿੱਛੋਂ ਆਪ ਨੇ ਜ਼ਿਕਰ ਕੀਤਾ ਕਿ ਮੈਂ ਆਪਣੇ ਪਿਤਾ ਦੀ ਆਗਿਆ ਪਾ ਕੇ ਗੁਰੂ ਚਰਿੱਤਰ ਲਿਖਣਾ ਆਰੰਭਿਆ। ਪਹਿਲੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਪਦਿਆਂ ਵਿੱਚ ਪ੍ਰੇਮ ਪ੍ਰਕਾਸ਼ ਗ੍ਰੰਥ ਨਾਮ ਹੇਠ 4 ਮਹੀਨੇ ਵਿੱਚ 1937 ਬਿਕਰਮੀ ਵਿੱਚ ਰਚੀ ਤੇ ਫਿਰ ਕਲਗੀਧਰ ਪਾਤਸ਼ਾਹ ਦੀ ਜੀਵਨ ਕਥਾ ਅਨੇਕ ਗ੍ਰੰਥਾਂ ਨੂੰ ਵਾਚ ਕੇ ਆਰੰਭ ਕੀਤੀ। ਇਹ ਇੱਕ ਵੱਡਾ ਗ੍ਰੰਥ ਹੈ ਤੇ 1938 ਬਿਕਰਮੀ ਵਿੱਚ ਸਮਾਪਤ ਹੋਇਆ। ਆਪ ਦੇ ਲਿਖੇ ਹੋਰ ਛੋਟੇ-ਮੋਟੇ ਗ੍ਰੰਥ ਇਹ ਵੀ ਦੱਸਦੇ ਹਨ: ਬ੍ਰਹਮਾਂਡ ਪੁਰਾਣ, ਗੁਰ ਕਵਿਤਾਵਲੀ, ਬਿਮਲ ਵਿਵੇਕ ਬਿਲਾਸ, ਪ੍ਰੇਮ ਪ੍ਰਭਾਕਰ, ਸੁੰਦਰੀ ਤਿਲਕ, ਵਿਜੇ ਪੱਤਰ ਆਦਿ। ਸਿੰਘ ਸਭਾ ਲਹਿਰ ਦੇ ਚਾਲੂ ਹੋਣ ਸਮੇਂ ਬਾਬਾ ਜੀ ਜੋਬਨ ਅਵਸਥਾ ਵਿੱਚ ਸਨ ਤੇ ਗੁਰਮਤ ਗੁਰਸਿੱਖੀ ਦੀ ਨਿਰੋਲਤਾ ਦੇ ਪ੍ਰਚਾਰ ਦੇ ਹਾਮੀ ਹੋ ਕੇ ਇਸ ਸਭਾ ਦੇ ਸਮਰਥਕ ਹੋ ਗਏ ਸਨ। ਯੂਪੀ ਵਿੱਚ ਰਹਿ ਕੇ ਵੀ ਰਹਿਤ ਵਿਵੇਕ ਵਿੱਚ ਪੱਕੇ ਤੇ ਪ੍ਰਚਾਰ ਦੀ ਲਗਨ ਵਿੱਚ ਤਤਪਰ ਰਹਿੰਦੇ ਸਨ। ਆਪ ਨੇ ਆਪਣੇ ਪ੍ਰਚਾਰ ਨਾਲ ਅਨੇਕਾਂ ਅਨਮਤੀਆਂ ਨੂੰ ਸਹਿਤਾਰੀ ਅਤੇ ਸਹਿਤਾਰੀਆਂ ਨੂੰ ਸਿੰਘ ਸਜਵਾਇਆ, ਜਿਨ੍ਹਾਂ ਵਿੱਚੋਂ ਇੱਕ ਵਿਦਵਾਨ ਬ੍ਰਾਹਮਣ ਪੰਡਤ ਸ਼ੰਕਰ ਦਾਸ ਜੀ ਹੋਏ ਹਨ, ਜੋ ਅੰਮ੍ਰਿਤ ਛਕ ਕੇ ਪੰਡਤ ਭਗਵਾਨ ਸਿੰਘ ਰਹਿਤਨਾਮੀਏ ਦੇ ਨਾਮ ਨਾਲ ਉਜਾਗਰ ਹੋਏ ਤੇ ਉਹਨਾਂ ਨੇ ਫਿਰ ਗੁਰੂ ਘਰ ਦੇ ਅਨੇਕ ਗ੍ਰੰਥ ਲਿਖੇ। ਬਾਬਾ ਸੁਮੇਰ ਸਿੰਘ ਜੀ ਆਮ ਤੌਰ ਤੇ ਸ੍ਰੀ ਪਟਨਾ ਸਾਹਿਬ ਜੀ ਰਹਿੰਦੇ ਸਨ, ਜਿੱਥੇ ਕਿ ਤਖਤ ਸਾਹਿਬ ਦੇ ਆਪ ਸ੍ਰੀ ਮਹੰਤ ਸਨ, ਪਰ ਸ੍ਰੀ ਅੰਮ੍ਰਿਤਸਰ ਵੀ ਆਪ ਦਾ ਆਉਣ ਜਾਣ ਬੜਿਆ ਹੀ ਰਹਿੰਦਾ ਸੀ। ਪੰਡਤ ਭਗਵਾਨ ਸਿੰਘ ਜੀ ਇੱਥੇ ਹੀ ਨਿਵਾਸ ਰੱਖਦੇ ਸਨ ਤੇ ਬਾਬਾ ਜੀ ਨੇ ਵੀ ਆਪਣਾ ਇੱਕ ਖਾਸ ਟਿਕਾਣਾ ਇੱਥੇ ਬਣਾਇਆ ਹੋਇਆ ਸੀ। ਵਿਦਵਾਨ ਦਾ ਵਿਦਵਾਨਾਂ ਤੇ ਕਵੀਆਂ ਨਾਲ ਪਰਸਪਰ ਮੇਲ ਮੁਲਾਕਾਤ ਹੋਣਾ ਕੁਦਰਤੀ ਗੱਲ ਹੈ। ਅੰਮ੍ਰਿਤਸਰ ਦੇ ਪ੍ਰਸਿੱਧ ਵਿਦਵਾਨ ਤੇ ਕਵੀ ਮਾਨਯੋਗ ਡਾਕਟਰ ਚਰਨ ਸਿੰਘ ਜੀ ਬੜੇ ਵਿਦਿਆ ਦੋਸਤ ਸਨ ਤੇ ਉਹਨਾਂ ਨੇ ਇੱਥੇ ਕਵੀ ਦਰਬਾਰਾਂ ਦੀ ਪਰਪਾਟੀ ਚਲਾਈ ਹੋਈ ਸੀ, ਜਿੱਥੇ ਚੰਗੇ ਵਿਦਵਾਨ ਕਵੀ ਭਾਸ਼ਾ ਵਿੱਚ ਆਪਣੇ ਖਿਆਲਾਂ ਦੀ ਉਡਾਰੀ ਦਿਖਾਉਂਦੇ ਤੇ ਵਿਚਾਰ ਚਰਚਾ ਹੁੰਦੀ। ਉਪਰੰਤ ਪ੍ਰੀਤੀ ਭੋਜਨ ਕੀਤੇ ਜਾਂਦੇ।
ਇਨ੍ਹਾਂ ਸਮਾਗਮਾਂ ਵਿੱਚ ਹੀ ਬਾਬਾ ਸੁਮੇਰ ਸਿੰਘ ਜੀ ਵੀ ਅੰਮ੍ਰਿਤਸਰ ਵਾਸ ਦੇ ਦਿਨਾਂ ਵਿੱਚ ਸ਼ੌਕ ਨਾਲ ਭਾਗ ਲੈਂਦੇ ਤੇ ਸਾਹਿਤਿਕ ਰੰਗ ਮਾਣਦੇ। ਬਾਬਾ ਜੀ ਡਾਕਟਰ ਚਰਨ ਸਿੰਘ ਜੀ ਦੇ ਜ਼ੇਰੇ ਇਲਾਜ ਵੀ ਰਹਿੰਦੇ ਸਨ। ਕਈ ਵੇਰ ਦਵਾ ਦਾਰੂ ਲਈ ਉਚੇਚੇ ਅੰਮ੍ਰਿਤਸਰ ਆ ਕੇ ਠਹਿਰਦੇ ਤੇ ਪੂਰਨ ਭਰੋਸੇ ਨਾਲ ਡਾਕਟਰ ਸਾਹਿਬ ਦੀ ਦੱਸੀ ਔਸ਼ਧੀ ਦਾ ਸੇਵਨ ਕਰਦੇ। ਇਸ ਤੋਂ ਛੁੱਟ ਸਿੰਘ ਸਭਾ ਲਹਿਰ ਹੇਠ ਉਹ ਸਭਾਵਾਂ ਵੀ ਹੁੰਦੀਆਂ ਜਿੱਥੇ ਧਾਰਮਿਕ ਪੱਖ ਤੋਂ ਗੁਰਸਿੱਖੀ ਤੇ ਗੁਰਮਤ ਦੇ ਪ੍ਰਚਾਰ ਦੇ ਬਾਨੜੂ ਬੰਨੇ ਜਾਂਦੇ। ਐਸੇ ਵਾਯੂਮੰਡਲ ਵਿੱਚ ਪ੍ਰਦੀਪਤ ਹੋ ਰਹੀ ਬਾਬਾ ਸੁਮੇਰ ਸਿੰਘ ਜੀ ਦੀ ਹਸਤੀ ਆਪਣੇ ਗੁਰਪੁਰੀ ਸਿਧਾਰਨ ਤੋਂ ਕੁਝ ਮਹੀਨੇ ਪਹਿਲੇ ਸ੍ਰੀ ਅੰਮ੍ਰਿਤਸਰ ਆਈ। ਇਹ ਵਾਕਿਆ 1902 ਈਸਵੀ 1959 ਬਿਕਰਮੀ ਦਾ ਹੈ। ਇਸ ਵੇਲੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਆਯੂ 30 ਬਰਸ ਦੀ ਸੀ ਤੇ ਆਪ ਨੇ ਆਪ ਦਾ ਸਾਪਤਾਹਿਕ ਪੱਤਰ ਖਾਲਸਾ ਸਮਾਚਾਰ ਵੀ ਜਾਰੀ ਕੀਤਾ ਹੋਇਆ ਸੀ, ਜੋ 3 ਸਾਲ ਤੋਂ ਆਪ ਦੇ ਸੰਪਾਦਨ ਹੇਠ ਪੂਰੀ ਸ਼ਾਨ ਨਾਲ ਕੌਮ ਦੀ ਅਗਵਾਈ ਕਰ ਰਿਹਾ ਸੀ। ਹਾਂ, ਇਨ੍ਹਾਂ ਹੀ ਦਿਨਾਂ ਵਿੱਚ ਆਪ ਆਪਣੇ ਮਹਾਕਾਵਿ ਰਾਣਾ ਸੂਰਤ ਸਿੰਘ ਦੀ ਰਚਨਾ ਵੀ ਕਰ ਰਹੇ ਸਨ। ਬਾਬਾ ਸੁਮੇਰ ਸਿੰਘ ਜੀ ਐਤਕੀ ਆਏ ਤਾਂ ਡਾਕਟਰ ਚਰਨ ਸਿੰਘ ਜੀ ਨੂੰ ਉਚੇਰੇ ਮਿਲ ਕੇ ਪ੍ਰਸੰਨਤਾ ਪ੍ਰਗਟ ਕੀਤੀ ਤੇ ਕਿਹਾ, ਆਪ ਦੇ ਬਰਖੁਰਦਾਰ ਬਾਰੇ ਇਹ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਉਹ ਵੀ ਵਿਦਵਾਨ ਨਿਕਲਿਆ ਹੈ ਤੇ ਲਿਖਾਰੀ ਵੀ ਹੈ। ਅਖਬਾਰ ਚਲਾਇਆ ਹੈ ਜਿਸ ਦੇ ਕੁਝ ਪਰਚੇ ਮੈਂ ਵੀ ਦੇਖੇ ਹਨ ਤੇ ਇਸ ਪਰਚੇ ਦੀ ਮਹਿਮਾ ਹੋਰਨਾਂ ਤੋਂ ਵੀ ਸੁਣੀ ਹੈ ਤੇ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇਹ ਕੁਝ ਕਵਿਤਾ ਵੀ ਲਿਖਦਾ ਹੈ, ਪਰ ਲਿਖਦਾ ਹੈ ਪੰਜਾਬੀ ਵਿੱਚ। ਆਪ ਜੈਸੇ ਵਿਦਵਾਨ ਤੇ ਕਵੀ ਪਿਤਾ ਦੇ ਸਪੁੱਤਰ ਲਈ ਚਾਹੀਏ ਕਿ ਉਹ ਵੀ ਆਪ ਦੇ ਨਕਸ਼ੇ ਕਦਮ ਤੇ ਚੱਲੇ, ਪੰਜਾਬੀ ਵਿੱਚ ਨਹੀਂ ਪਰ ਬ੍ਰਿਜ ਭਾਸ਼ਾ ਵਿੱਚ ਕਵਿਤਾ ਲਿਖਿਆ ਕਰੇ। ਪੰਜਾਬੀ ਭਾਸ਼ਾ ਕੀ ਹੈ? ਇੱਕ ਗ੍ਰਾਮੀਣ ਭਾਸ਼ਾ ਹੈ। ਇਹ ਵਿਦਵਾਨਾਂ ਲਈ ਕਾਵਿ ਕਲਾ ਦੇ ਜੋਹਰ ਦਿਖਾਉਣ ਲਈ ਸਮਰੱਥ ਭਾਸ਼ਾ ਨਹੀਂ। ਇਸ ਦਾ ਸ਼ਬਦ ਭੰਡਾਰ ਸੰਕੁਚਿਤ ਹੈ। ਕੋਈ ਕਵੀ ਇਸ ਵਿੱਚ ਕੀ ਅਲੰਕਾਰ, ਚਮਤਕਾਰ ਜਾਂ ਕਾਵਿ ਉਡਾਰੀ ਦਿਖਾ ਸਕਦਾ ਹੈ? ਆਪ ਉਸ ਨੂੰ ਪ੍ਰੇਰੋ ਤੇ ਪ੍ਰੇਰ ਕੇ ਬ੍ਰਿਜ ਭਾਸ਼ਾ ਵਿੱਚ ਕਾਵਿ ਕਲਾ ਦੇ ਜੋਹਰ ਦਿਖਾਉਣ ਦਾ ਉਤਸ਼ਾਹ ਦਿਓ। ਡਾਕਟਰ ਸਾਹਿਬ ਇਹ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ, ਬਾਬਾ ਜੀ, ਲੜਕੇ ਦਾ ਸ਼ੌਕ ਵਿਸ਼ੇਸ਼ ਪੰਜਾਬੀ ਵਾਲੀ ਹੈ। ਮੈਂ ਉਸ ਨੂੰ ਤੁਸਾਂ ਪਾਸ ਭੇਜ ਦਿਆਂਗਾ, ਤੁਸੀਂ ਆਪ ਪ੍ਰੇਰਨਾ ਕਰ ਵੇਖਣੀ। ਭਾਈ ਸਾਹਿਬ ਆਪਣੇ ਕਾਰ ਵਿਹਾਰ ਤੋਂ ਜਦੋਂ ਰਾਤੀ ਘਰ ਆਏ ਤਾਂ ਡਾਕਟਰ ਸਾਹਿਬ ਜੀ ਨੇ ਬਾਬਾ ਸੁਮੇਰ ਸਿੰਘ ਜੀ ਦੀ ਗੱਲਬਾਤ ਦੱਸੀ ਤੇ ਕਿਹਾ, ਤੁਸੀਂ ਕੱਲ ਜਾ ਕੇ ਉਹਨਾਂ ਨੂੰ ਮਿਲ ਆਓ, ਨਾਲ ਆਪਣੀ ਰਚਨਾ ਰਾਣਾ ਸੂਰਤ ਸਿੰਘ ਦੀ ਕੋਈ ਕਾਪੀ ਵੀ ਜੇਬ ਵਿੱਚ ਲਈ ਜਾਣੀ ਤਾਂ ਕਿ ਜੋ ਉਹ ਕੋਈ ਕਾਂਡ ਸੁਣਨਾ ਚਾਹਣ ਤਾਂ ਸੁਣਾ ਦੇਣਾ। ਪਿਤਾ ਜੀ ਦੀ ਆਗਿਆ ਪਾ ਕੇ ਭਾਈ ਸਾਹਿਬ ਅਗਲੇ ਦਿਨ ਬਾਬਾ ਸੁਮੇਰ ਸਿੰਘ ਜੀ ਦੇ ਡੇਰੇ ਪੁੱਜੇ। ਬਾਬਾ ਜੀ ਆਪਣੇ ਵਿਦਵਾਨ ਤੇ ਕਵੀ ਸੁਹਿਰਦ ਮਿੱਤਰ ਦੇ ਸਪੁੱਤਰ ਨੂੰ ਬੜੇ ਪਿਆਰ ਨਾਲ ਖਿੜ ਕੇ ਮਿਲੇ ਤੇ ਕਹਿਣ ਲੱਗੇ, ਬਰਖੁਰਦਾਰਾ, ਮੈਨੂੰ ਕੱਲ ਡਾਕਟਰ ਸਾਹਿਬ ਤੋਂ ਪਤਾ ਲੱਗਾ ਹੈ ਕਿ ਤੁਸੀਂ ਅੱਜ ਕੱਲ ਕੋਈ ਨਵੀਂ ਰਚਨਾ ਕਾਵਿ ਵਿੱਚ ਕਰ ਰਹੇ ਹੋ। ਕੋਈ ਸਾਨੂੰ ਵੀ ਉਸ ਦਾ ਨਮੂਨਾ ਦਿਖਾਓ। ਬਾਬਾ ਸੁਮੇਰ ਸਿੰਘ ਜੀ ਦਾ ਖਿਆਲ ਸੀ ਕਿ ਇਹ ਆਪਣੀ ਪੰਜਾਬੀ ਦੀ ਕਵਿਤਾ ਸੁਣਾਉਣਗੇ। ਮੈਂ ਉਸ ਵਿੱਚ ਨੁਕਸ ਤੇ ਕਵਿਤਾ ਦੇ ਚਮਤਕਾਰਾਂ ਦੀ ਅਣਹੋਂਦ, ਸ਼ਬਦ ਚਿੱਤਰ ਦੀ ਘਾਟ ਆਦਿ ਚੁਣ ਕੇ ਦੱਸਾਂਗਾ। ਫਿਰ ਆਪਣੀ ਚਮਤਕਾਰੀ ਕਵਿਤਾ ਸੁਣਾਵਾਂ ਤੇ ਸਮਝਾਵਾਂਗਾ ਤੇ ਇਉਂ ਇਹਨਾਂ ਦੀ ਰੁਚੀ ਨੂੰ ਪੰਜਾਬੀ ਵੱਲੋਂ ਮੋੜ ਕੇ ਬੜੀ ਕਾਮਯਾਬੀ ਨਾਲ ਬ੍ਰਿਜ ਭਾਸ਼ਾ ਵੱਲ ਰੁਜੂ ਕਰ ਲਵਾਂਗਾ। ਮਾਨਯੋਗ ਡਾਕਟਰ ਸਾਹਿਬ ਜੀ ਨੇ ਆਪ ਜੀ ਨੂੰ ਬਾਬਾ ਜੀ ਵੱਲ ਇਸ ਲਈ ਭੇਜ ਦਿੱਤਾ ਸੀ ਕਿ ਬਾਬਾ ਜੀ ਆਪ ਜਦ ਇਹਨਾਂ ਤੋਂ ਕਵਿਤਾ ਸੁਣਨਗੇ ਤਾਂ ਮੱਲੋ ਮੱਲੀ ਪ੍ਰਭਾਵਿਤ ਹੋ ਜਾਣਗੇ। ਉਹ ਜਾਣਦੇ ਸਨ ਕਿ ਉਹ ਘਾਟੇ ਜੋ ਬਾਬਾ ਸੁਮੇਰ ਸਿੰਘ ਜੀ ਪੰਜਾਬੀ ਵਿੱਚ ਮੌਜੂਦ ਦੱਸਦੇ ਹਨ, ਜਦੋਂ ਉਹਨਾਂ ਪਰ ਇਹਨਾਂ ਦੀ ਰਚਨਾ ਤੇ ਚਮਤਕਾਰ ਦੇਖਣਗੇ ਤਾਂ ਉਹ ਸੱਚੇ ਵਿਦਵਾਨ ਹਨ। ਉਹ ਇਹ ਵੀ ਦੇਖ ਲੈਣਗੇ ਕਿ ਪੰਜਾਬੀ ਵਿੱਚ ਹੁਣ ਕੋਈ ਘਾਟ ਬਾਕੀ ਨਹੀਂ ਰਹਿਣ ਲੱਗੀ। ਉਹ ਇਸ ਰਚਨਾ ਦੇ ਜ਼ੋਰ, ਪਰਵਾਹ ਤੇ ਰਸ ਪਰ ਜ਼ਰੂਰ ਮੋਹਿਤ ਹੋ ਜਾਣਗੇ। ਡਾਕਟਰ ਸਾਹਿਬ ਆਪ ਬ੍ਰਿਜ ਭਾਸ਼ਾ ਤੋਂ ਹਟ ਕੇ ਪੰਜਾਬੀ ਵਿੱਚ ਵੀ ਛੰਦ ਰਚਨਾ ਕਰਨ ਵਿੱਚ ਪ੍ਰੇਰਿਤ ਹੋ ਚੁੱਕੇ ਸਨ ਤੇ ਇਉਂ ਉਹ ਨਿਰਸੰਸ਼ੇ ਸਨ ਕਿ ਜੋ ਅਸਰ ਮੇਰੇ ਤੇ ਹੋਇਆ ਹੈ ਉਹ ਬਾਬਾ ਸੁਮੇਰ ਸਿੰਘ ਪਰ ਵੀ ਹੋਣਾ ਜ਼ਰੂਰੀ ਹੈ। ਬਾਬਾ ਸੁਮੇਰ ਸਿੰਘ ਜੀ ਦੇ ਕਹਿਣ ਤੇ ਭਾਈ ਸਾਹਿਬ ਜੀ ਨੇ ਕਾਪੀ ਖੋਲੀ ਤੇ ਆਪਣੀ ਸਿਰਖੰਡੀ ਛੰਦ ਵਿੱਚ ਰਚੀ ਰਚਨਾ ਰਾਣਾ ਸੂਰਤ ਸਿੰਘ ਮੁਖ ਤੋਂ ਪੜ੍ਹਨੀ ਸ਼ੁਰੂ ਕਰ ਦਿੱਤੀ।
ਬਾਬਾ ਜੀ ਸੁਣਨ ਲੱਗ ਪਏ। ਇਸ ਰਚਨਾ ਵਿੱਚ ਕੁਦਰਤੀ ਨਜ਼ਾਰਿਆਂ ਦਾ ਸ਼ੁਸਤਾ ਬੋਲੀ ਵਿੱਚ ਅਨੂਪਮ ਦਰਸ਼ਨ, ਕਾਵਿ ਦੇ ਵਚਿੱਤਰ ਅਲੰਕਾਰ, ਮੂਰਤ ਚਿਤਰਣ, ਭਾਵਾਂ ਦਾ ਪ੍ਰਕਾਸ਼ ਤੇ ਜਜ਼ਬਾਤ ਦਾ ਅਠਲਵਾਂ ਪ੍ਰਵਾਹ ਜਦ ਕੰਨੀ ਪਿਆ ਤਾਂ ਬਾਬਾ ਜੀ ਦੀ ਤਰਕ ਬੁੱਧੀ ਇਸ ਅਠਲਵੇਂ ਪ੍ਰਵਾਹ ਵਿੱਚ ਅਡੋਲ ਰੁੜ ਗਈ ਤੇ ਆਪ ਦਾ ਰਸਕ ਮਨ ਇਸ ਰਸ ਸਾਗਰ ਵਿੱਚ ਆਪ ਤਾਰੀਆਂ ਲਾਉਣ ਲੱਗ ਪਿਆ। ਅਜਬ ਮਹਿਵੀਅਤ ਵਿੱਚ ਸਨ ਕਿ ਕਾਂਡ ਸਮਾਪਤ ਹੋ ਗਿਆ। ਭਾਈ ਸਾਹਿਬ ਨੇ ਪੜ੍ਹਨਾ ਬੰਦ ਕੀਤਾ ਤਾਂ ਬਾਬਾ ਜੀ ਕਹਿਣ ਲੱਗੇ, ਬਸ ਬਰਖੁਰਦਾਰ, ਮੇਰੀ ਕਵਿਤਾ ਹੁਣ ਆਪ ਨੂੰ ਸੁਣਨ ਦੀ ਲੋੜ ਨਹੀਂ। ਮੈਂ ਤੁਸਾਨੂੰ ਬੁਲਾਇਆ ਤਾਂ ਇਸ ਲਈ ਸੀ ਕਿ ਤੁਸਾਨੂੰ ਇਹ ਦੱਸ ਕੇ ਕਿ ਪੰਜਾਬੀ ਇੱਕ ਗ੍ਰਾਮੀਣ ਭਾਸ਼ਾ ਹੈ ਤੇ ਇਸ ਵਿੱਚ ਕੋਈ ਕਵੀ ਆਪਣੀ ਸ਼ਾਰਦਾ ਦਾ ਚਮਤਕਾਰ ਨਹੀਂ ਦਿਖਾ ਸਕਦਾ ਤੇ ਤੁਸੀਂ ਬ੍ਰਿਜ ਭਾਸ਼ਾ ਵੱਲ ਰੁਚੀ ਮੋੜ ਲਓ। ਪਰ ਆਪ ਦੀ ਰਚਨਾ ਸੁਣ ਕੇ ਮੈਂ ਪ੍ਰਤੀਤ ਕਰ ਲਿਆ ਹੈ, ਮੇਰਾ ਖਿਆਲ ਗਲਤ ਹੈ। ਪੰਜਾਬੀ ਵਿੱਚ ਜੋ ਘਾਟਾਂ ਮੈਂ ਪ੍ਰਤੀਤ ਕਰਦਾ ਰਿਹਾ ਹਾਂ, ਤੇਰੀ ਰਚਨਾ ਨੇ ਦੱਸ ਦਿੱਤਾ ਹੈ ਕਿ ਉਹ ਘਾਟਾਂ ਹੁਣ ਨਹੀਂ ਰਹਿਣ ਲੱਗੀਆਂ। ਉਸ ਦੇ ਭੰਡਾਰੇ ਦੀਆਂ ਅੜਾਂ ਥੁੜਾਂ ਤੇਰੀ ਕਲਮ ਭਰਪੂਰ ਕਰ ਦੇਵੇਗੀ। ਤੁਸਾਂ ਨੂੰ ਭਾਸ਼ਾ ਵੱਲ ਪ੍ਰੇਰਨਾ ਗਲਤੀ ਹੈ। ਤੁਸਾਂ ਦੀ ਰਸਾਲ ਰਚਨਾ ਨੇ ਮੇਰੇ ਮਨ ਤੇ ਇਤਨਾ ਅਸਰ ਪਾਇਆ ਹੈ ਕਿ ਤੁਸਾਂ ਨੂੰ ਪ੍ਰੇਰਨ ਦੀ ਥਾਵੇਂ ਹੁਣ ਮੈਂ ਆਪ ਪ੍ਰੇਰਿਤ ਹੋ ਗਿਆ ਹਾਂ। ਮੇਰੀ ਆਪਣੀ ਰੁਚੀ ਪੰਜਾਬੀ ਵੱਲ ਰੁਖ ਕਰ ਆਈ ਹੈ। ਅੱਛਾ, ਅੱਜ ਹੀ ਮੈਂ ਪੰਜਾਬੀ ਵਿੱਚ ਲਿਖਣ ਦਾ ਯਤਨ ਕਰਾਂਗਾ ਤੇ ਕੱਲ ਤੁਸਾਨੂੰ ਦਿਖਾਵਾਂਗਾ। ਕੱਲ ਤੁਸੀਂ ਰਾਣੇ ਦੀ ਅੱਗੋਂ ਕਾਪੀ ਲੈ ਕੇ ਆਵਣੀ ਤੇ ਮੈਨੂੰ ਆ ਕੇ ਸੁਣਾਉਣੀ ਤੇ ਨਾਲੇ ਮੇਰੇ ਪੰਜਾਬੀ ਛੰਦ ਦੇ ਪ੍ਰਯਤਨ ਨੂੰ ਠੀਕ ਕਰ ਜਾਣ। ਅਗਲੇ ਦਿਨ ਭਾਈ ਸਾਹਿਬ ਬਾਬਾ ਜੀ ਪਾਸ ਰਾਣਾ ਸੂਰਤ ਸਿੰਘ ਦਾ ਅਗਲਾ ਕਾਂਡ ਸੁਣਾਉਣ ਗਏ ਤਾਂ ਬਾਬਾ ਜੀ ਨੇ ਆਪਣੀ ਪਹਿਲੀ ਪੰਜਾਬੀ ਰਚਨਾ ਭਾਈ ਸਾਹਿਬ ਜੀ ਨੂੰ ਸੁਣਾਈ। ਇਹ ਰਚਨਾ ਗੁਰੂ ਨਾਨਕ ਬਿਰਹਾ ਪੂਰਤ ਰਚਨਾ ਇਸ ਤਰ੍ਹਾਂ ਸੀ। ਸਾਨੂੰ ਤੇਰੇ ਦਰਸ਼ਨ ਦੀਆਂ ਭੁੱਖਾਂ, ਦੂਣੀਆਂ ਦੂਣੀਆਂ ਚੋਣੀਆਂ ਚੋਣੀਆਂ ਬਿਰਹੋਂ ਸੂਲਾਂ ਚੁੱਖਾਂ, ਅਸਾਂ ਛੱਡ ਸਗਲ ਆਸਾਂ ਦਾ ਭਾਈ ਬੰਦ ਮਨੁੱਖਾਂ, ਤੇਰੇ ਦਰਸ ਦੇ ਲਾਲਚ ਲੱਗਿਆਂ ਨਿਤ ਉੱਠ ਸੁੱਖਾਂ ਸੁੱਖਾਂ, ਲੇਫ ਤੁਲਾਈ ਖਫਣ ਵਾਈ ਭੋਜਨ ਪਿੰਡ ਪਰੁੱਖਾਂ, ਤੈਂ ਵੱਲ ਲੱਗੀ ਲਿਵ ਜਿਨ੍ਹਾਂ ਦੀ ਧਨ ਜਣੇ ਦੀ ਕੁੱਖਾਂ, ਕਰਮ ਧਰਮ ਜਪ ਜੋਗ ਨੇਮ ਸਭ ਪ੍ਰੇਮ ਬਿਨਾ ਹਨ ਤੁੱਖਾਂ, ਤੂੰ ਜਾਂ ਵੱਲ ਤਾਂ ਵੱਲ ਸਭ ਮੇਰੇ ਚੱਸਾਂ ਰਸ ਦੀਆਂ ਉਖਾਂ, ਤੇਰੇ ਬਾਦ ਸੁਰਗ ਵੀ ਸਾਡੇ ਭਾ ਨਰਕ ਦੀਆਂ ਗੁੱਖਾਂ, ਹਰ ਸੁਮੇਰ ਗੁਰੂ ਨਾਨਕ ਸੁਆਮੀ ਬਖਸ਼ ਸਿਦਕ ਸਨਮੁਖਾਂ। ਪਤਾ ਲੱਗਾ ਸੀ ਕਿ ਮਗਰੋਂ ਕੁਝ ਹੋਰ ਵੀ ਪੰਜਾਬੀ ਰਚਨਾ ਦੇ ਛੰਦ ਆਪਨੇ ਭਾਈ ਸਾਹਿਬ ਜੀ ਨੂੰ ਦਿਖਾਏ ਸਨ, ਪਰ ਉਹ ਸਮੇਂ ਦੀ ਚਾਦਰ ਹੇਠ ਕਿਤੇ ਛੁਪ ਗਏ ਹਨ। ਬਾਬਾ ਸੁਮੇਰ ਸਿੰਘ ਜੀ ਦਾ ਇਸ ਪੰਜਾਬੀ ਰਚਨਾ ਦੇ ਟਾਕਰੇ ਤੇ ਭਾਸ਼ਾ ਦਾ ਇੱਕ ਵਿਸ਼ਣ ਪਦ ਦੇਖੋ। ਇਹ ਸੌਖੀ ਭਾਸ਼ਾ ਵਿੱਚ ਭਾਈ ਗੁਰਦਾਸ ਜੀ ਦੀ ਤੁਕ ਜ਼ਾਹਿਰ ਪੀਰ ਜਗਤ ਗੁਰਬਾਬਾ ਦੀ ਮਾਨੋ ਸਮੱਸਿਆ ਪੂਰਤੀ ਹੈ। ਜੈ 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 ਗੁਰੂ ਨਾਨਕ ਬਾਬਾ, ਜੈ ਬੇਦੀਸ਼ ਈਸ਼ ਸਿੰਘਨ ਕੈ, ਜੈ ਸੋਡੀਸ਼ ਪੰਥ ਜਿਨਤਾਬਾ, ਜਹ ਪਦ ਸਦ ਪ੍ਰਤਾਪ ਅਦਭੁਤ ਲਖ, ਫਿਰਨ ਲਗਿਓ ਤੁਰਕਨ ਕੋ ਕਾਬਾ, ਜਾਂ ਕੇ ਅਨੁਚਰ ਕੋ ਜਮ ਕਬਹੂ ਨੇ ਕਰਤ ਹਿਸਾਬਾ, ਕਰਤਾ ਪੁਰਖ ਕਿਰਪਾਲ ਰਾਮ ਕੇ, ਜਾਂ ਕੇ ਹਿਤ ਕਲ ਕੋ ਬੋਦਾਬਾ, ਜਾਂ ਕੇ ਸੇਵਕ ਪੈ ਕਲ ਜੂ ਕੋ, ਨੈ ਕਿਛ ਆਏ ਸਕੇ ਗਰ ਬਾਬਾ, ਜਾਂ ਕੇ ਸਤ ਤਪ ਦਾਨ ਮਾਨਸੋ, ਤੀਨੋਂ ਜੁਗ ਕਲ ਨਾਮ ਸੁਹਾਬਾ, ਹਰ ਸੁਮੇਰ ਤਾਂ ਪਦ ਪੰਕਜ ਰਜ, ਮੰਗਤ ਦਾਨ ਮਾਨ ਮਨ ਪਾਬਾ। ਖਾਲਸਾ ਸਮਾਚਾਰ ਦੇ 11 ਮਾਰਚ 1903 ਦੇ ਪਰਚੇ ਵਿੱਚ ਬਾਬਾ ਸੁਮੇਰ ਸਿੰਘ ਜੀ ਦੇ ਪੰਜਾਬ ਤੋਂ ਬਾਹਰ ਗੁਰਪੁਰੀ ਸਿਧਾਰਨ ਦੀ ਖਬਰ ਛਪੀ ਹੈ। ਉਸ ਦੇ ਸ਼ਬਦ ਹਨ: ਸ੍ਰੀ ਹਜ਼ੂਰ ਪਟਨਾ ਸਾਹਿਬ ਜੀ ਦੇ ਸ੍ਰੀ ਮਹੰਤ ਸੁਮੇਰ ਸਿੰਘ ਜੀ 5 ਮਾਰਚ 1903 ਨੂੰ ਇਸ ਸੰਸਾਰ ਤੋਂ ਅਸਵਾਰਾ ਕਰ ਗਏ ਹਨ। ਆਪ ਚਿਰ ਤੋਂ ਬਿਮਾਰ ਸਨ, ਪਰ ਵਿੱਚ ਰਾਜ਼ੀ ਹੋ ਜਾਂਦੇ ਰਹੇ। ਆਪ ਰਹਿਤ ਵਿਵੇਕ ਦੇ ਪੱਕੇ ਸਿਦਕੀ ਸਿੰਘ ਸਨ, ਵਿਦਵਾਨ ਬੜੇ ਪੂਰੇ ਸੇ। ਫਰੀਦਕੋਟ ਵਿੱਚ ਗਿਆਨੀਆਂ ਦੀ ਸਭਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਟੀਕਾ ਕਰਨ ਬੈਠੀ ਸੀ। ਆਪ ਉਸ ਦੇ ਸਭਾਪਤੀ ਸੇ। ਕਾਵਿ ਵਿੱਚ ਐਸੇ ਨਿਪੁੰਨ ਸੇ ਕਿ ਹਿੰਦੁਸਤਾਨ ਭਰ ਦੇ ਲੋਕ ਮੰਨਦੇ ਸੇ।
ਗੁਰੂ ਘਰ ਦੇ ਮੁਤਾਲਕ ਆਪ ਨੂੰ ਤਵਾਰੀਖੀ ਔਰ ਹੋਰ ਵਾਕਫੀਅਤ ਵੀ ਅੱਛੀ ਸੀ। ਹੁਣ ਆਪ ਨੂੰ ਪੰਜਾਬੀ ਭਾਸ਼ਾ ਦਾ ਸ਼ੌਕ ਲੱਗਾ ਸੀ ਔਰ ਖਿਆਲ ਕਰਦੇ ਸੇ ਕਿ ਹੁਣ ਪੰਜਾਬੀ ਵਿੱਚ ਆਮ ਸਮਝ ਦੇ ਗ੍ਰੰਥ ਲਿਖਾਂਗੇ, ਪਰ ਜ਼ਿੰਦਗੀ ਨੇ ਮਦਦ ਨਾ ਕੀਤੀ। ਹਾਂਜੀ, ਪੰਜਾਬੀ ਭਾਸ਼ਾ ਦਾ ਸ਼ੌਕ ਇੱਕ ਪ੍ਰਸਿੱਧ ਤੇ ਮੰਨੇ ਪਰਮੰਨੇ ਭਾਸ਼ਾ ਦੇ ਮਹਾਨ ਉੱਚੇ ਤੇ ਬਿਰਧ ਕਵੀ ਨੂੰ ਉਸ ਦੀ ਆਖਰੀ ਉਮਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪੰਜਾਬੀ ਰਚਨਾ ਨੇ ਲਾਇਆ। ਨਾ ਨਿਰਾ ਇੱਕ ਵਿਦਵਾਨ ਨੂੰ, ਸਗੋਂ ਉਸ ਸਮੇਂ ਦੀ ਭਾਸ਼ਾ ਦੀ ਪਿਆਰੀ ਵਿਦਵਾਨ ਸਭਾ ਨੂੰ ਪੰਜਾਬੀ ਦੀ ਮਿਠਾਸ ਨਾਲ ਐਸਾ ਰਸ ਮੁਗਤ ਕਰ ਲਿਆ ਕਿ ਫਿਰ ਕਵੀ ਕਲਮਾਂ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਹੀ ਗਦਯ ਪਦਯ ਦੇ ਸਾਹਿਤਯ ਮੈਦਾਨ ਵਿੱਚ ਨਿਰਤਕਾਰੀ ਕਰਨ ਲੱਗ ਪਈਆਂ। ਹਾਂ, ਨਵੀਨ ਪੰਜਾਬੀ ਦੇ ਜਨਕ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਨਵੀਨ ਪੰਜਾਬੀ ਨੂੰ ਜਨਮ ਦਿੱਤਾ ਤਾਂ ਇਸ ਦੇ ਜਨਮ ਲੈਂਦਿਆਂ ਹੀ ਇਸ ਦੀ ਮੋਹਨਹਾਰ ਸੁੰਦਰਤਾ ਨੇ ਆਪਣੇ ਚੌਗਿਰਦੇ ਤੇ ਆਪਣੇ ਪ੍ਰਾਗਲਭ ਸੁਨਹਿਰੀ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।